ਦੇ ਹੁਕਮ ਫਰਸ਼ ਬਨ ਹੈ ਉਦਾਰ। ਸਤਿਗੁਰਾਂ ਹੁਕਮ ਦਿੱਤਾ ਕਿ ਸੋਹਣਾ ਫਰਸ਼ ਵਿਛਾਓ, ਸੋਹਣੇ ਗਲੀਚੇ ਪੰਡਾਲ ਦੇ ਵਿੱਚ ਸੋਹਣੀਆਂ ਦਰੀਆਂ ਵਿਛਾਓ। ਸ਼ੁਭ ਬਸਤਰ ਸਸਤਰ ਪਹਿਰੈ ਸੁਧਾਰ। ਆਪ ਸਵਾਰ ਕੇ ਸੋਹਣੇ ਬਸਤਰ ਤੇ ਸੋਹਣੇ ਸ਼ਸਤਰ ਕਲਗੀਆਂ ਵਾਲੇ ਪਾਤਸ਼ਾਹ ਨੇ ਧਾਰਨ ਕੀਤੇ ਐ। ਜੀਵਰ ਜਰਾਵ ਜਿਨ ਜਗਤ ਜੋਤ। ਜੀਵ ਰਾਤ ਗਹਿਣੇ ਜਿਹੜੇ ਜੜਾਵਾਂ ਨਾਲ ਜੜੇ ਹੋਏ ਐ, ਜਿਨ੍ਹਾਂ ਦੀ ਜੋਤ ਬੜੀ ਜਗਮਗ ਕਰ ਰਹੀ ਹੈ। ਜੋ ਦੁਲਭ ਜਗਤ ਮਹਿ ਦੁਤ ਅਦੋਤ। ਜਿਹੜੀ ਦੁੱਤ ਸ਼ੋਭਾ ਜਗਤ ਦੇ ਵਿੱਚ ਬੜੀ ਦੁਰਲਭ ਹੈ, ਐਸੀ ਅਦੋਤ ਪ੍ਰਗਟ ਹੋ ਰਹੀ ਹੈ ਦੁੱਤ ਸ਼ੋਭਾ। ਸਿਰ ਤੁੰਗ ਸੋ ਕਲਗੀ ਰਹਿ ਸੁਹਾਏ। ਸੀਸ ਦੇ ਉੱਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਉੱਚੀ ਕਲਗੀ ਜਿਹੜੀ ਹੈ ਉਹ ਸ਼ੋਭਾ ਪਾ ਰਹੀ ਹੈ। ਜਿਗਾ ਕਰਨ ਕੁੰਡਲ ਬਨਾਏ। ਫਿਰ ਜਿਗਾ ਉਹ ਵੀ ਬਹੁਤ ਸ਼ੋਭਦੀ ਹੈ। ਸੋਨੇ ਦੀ ਜਿਗਾ ਹੈ ਜਿਹਦੇ ਵਿੱਚ ਕਲਗੀ ਲਾਈ ਹੋਈ ਹੈ ਤੇ ਸਤਿਗੁਰਾਂ ਦੇ ਸੀਸ ਤੇ ਸ਼ੋਭਾ ਪਾ ਰਹੀ ਹੈ। ਇਸੇ ਤਰ੍ਹਾਂ ਫਿਰ ਕੰਨਾਂ ਦੇ ਵਿੱਚ ਜਿਹੜੇ ਕੁੰਡਲ ਹੈ ਉਹ ਬੜੇ ਸ਼ੋਭਾ ਪਾਉਂਦੇ ਹਨ। ਕੰਨਾਂ ਦੇ ਵਿੱਚ ਧਾਰਨ ਕੀਤੇ ਕੁੰਡਲ ਬਹੁਤ ਸ਼ੋਭਦੇ ਹਨ। ਜਬ ਪੌਰ ਆਏ ਦਰਸ਼ਨ ਹੋਏ। ਤੇ ਜਿਸ ਵੇਲੇ ਇਉਂ ਸ਼ਸਤਰਾਂ ਬਸਤਰਾਂ ਗਹਿਣਿਆਂ ਦੇ ਨਾਲ ਸੁਸੱਜਿਤ ਹੋ ਕੇ ਸਤਿਗੁਰੂ ਜੀ ਪੌਰ ਦਰਵਾਜ਼ੇ 'ਤੇ ਆਉਂਦੇ ਹਨ ਤੇ ਸੰਗਤਾਂ ਨੂੰ ਦੀਦਾਰ ਹੁੰਦੇ ਹੈ, ਦਰਸ਼ਨ ਹੁੰਦੇ ਹੈ। ਸਿਰ ਨਿਮਹਿ ਹਜ਼ਾरों ਰਹਿ ਖਰੋਏ। ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨਾਂ ਦੀਆਂ ਅਭਿਲਾਖੀ ਸੰਗਤਾਂ ਜੋ ਹੱਥ ਬੰਦ ਖਲੋਤੀਆਂ ਹੁੰਦੀਆਂ, ਜਿਸ ਵੇਲੇ ਦਰਵਾਜ਼ੇ ਰਾਹੀਂ ਬਾਹਰ ਨਿਕਲਦੇ ਐ ਤੇ ਸੰਗਤਾਂ ਨੂੰ ਗੁਰਾਂ ਦੇ ਦੀਦਾਰ ਹੁੰਦੇ, ਦਰਸ਼ਨ ਹੁੰਦੇ ਤੇ ਸਾਰੀਆਂ ਸੰਗਤਾਂ ਦੇ ਸੀਸ ਝੁਕ ਜਾਂਦੇ ਐ। ਪੁਨ ਸਭਾ ਮਾਹੇ ਪਹੁੰਚਹਿ ਮੁਕੰਦ। ਮੁਕਤੀ ਦਾਤੇ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਫਿਰ ਲੱਗਾ ਹੋਇਆ ਜੋ ਦੀਵਾਨ ਹੈ, ਵੱਡਾ ਪੰਡਾਲ ਹੈ, ਉਸ ਸਭਾ ਵਿੱਚ ਦੀਵਾਨ ਵਿੱਚ ਪਹੁੰਚਦੇ ਹੈ। ਸ਼ੋਭ ਸਜਹਿ ਸਿੰਘਾਸਨ ਦੁੱਤ ਬਿਲੰਦ। ਸਤਿਗੁਰਾਂ ਦਾ ਜੋ ਗੁਰਤਾ ਦਾ ਸਿੰਘਾਸਨ ਹੈ ਉਹ ਵੀ ਸ਼ੋਭ ਰਿਹਾ ਹੈ। ਜਿਹਦੀ ਦੁੱਤ, ਜਿਹਦੀ ਸ਼ੋਭਾ ਬਹੁਤ ਉਜਵਲ ਪ੍ਰਕਾਸ਼ ਦੀ ਹੈ। ਬੈਠੇ ਹੈ ਪ੍ਰਸੰਨ ਸਿਰ ਢੁਰਤ ਚੌਰ। ਤੇ ਪ੍ਰਸੰਨਤਾ ਪੂਰਵਕ ਸਤਿਗੁਰੂ ਜੀ ਗੁਰਤਾ ਦੇ ਸਿੰਘਾਸਨ ਤੇ ਜਾ ਕੇ ਸਜ ਜਾਂਦੇ ਆ ਤੇ ਪਾਤਸ਼ਾਹ ਦੇ ਸੀਸ ਦੇ ਉੱਪਰ ਚਵਰਦਾਰ ਗੁਰਸਿੱਖ ਚੌਰ ਚਲਾਉਂਦੇ ਐ। ਸੁਧ ਪਾਏ ਸੰਗਤਾਂ ਆਏ ਪੌਰ। ਸਤਿਗੁਰਾਂ ਦੇ ਦੀਵਾਨ ਵਿੱਚ ਆਗਮਨ ਦੀ ਸੁਧ ਖਬਰ ਸੂਚਨਾ ਨੂੰ ਪਾ ਕੇ ਤੇ ਸੰਗਤਾਂ ਵੀ ਬਹੁਤ ਉਤਾਵਲਤਾ ਦੇ ਨਾਲ, ਉਤਸੁਕਤਾ ਦੇ ਨਾਲ ਆਉਂਦੀਆਂ। ਧਰ ਧਰ ਅਕੋਰ ਜੁਗ ਹਾਥ ਜੋਰ। ਗੁਰੂ ਚਰਨਾਂ ਕਮਲਾਂ ਵਿੱਚ ਲਿਆਂਦੀਆਂ ਹੋਈਆਂ ਅਕੋਰ ਭੇਟਾਵਾਂ ਸੰਗਤਾਂ ਰੱਖਦੀਆਂ। ਦੋਨੋਂ ਹੱਥ ਜੋੜ ਜੋੜ ਕੇ ਗੁਰਾਂ ਨੂੰ ਸੀਸ ਝੁਕਾਉਂਦੀਆਂ ਸੰਗਤਾਂ। ਪਗ ਕਮਲ ਔਰ ਬੰਦਤ ਨਿਹੋਰ। ਤੇ ਪਗ ਕਮਲ ਜੋ ਚਰਨ ਕਮਲ ਹਨ ਸਤਿਗੁਰਾਂ ਦੇ, ਉਹਨਾਂ ਨੂੰ ਨਾਲੇ ਨਿਹੋਰਦੀਆਂ ਸੰਗਤਾਂ, ਪੂਜਦੀਆਂ, ਸੀਸ ਝੁਕਾਉਂਦੀਆਂ, ਨਾਲੇ ਗੁਰਾਂ ਦੇ ਮੁਬਾਰਕ ਚਰਨਾਂ ਦੇ ਦਰਸ਼ਨ ਕਰਦੀਆਂ।
ਫਿਰ ਹੋਏ ਦਰਸ ਕੋ ਦੇ ਕਿਰਪਾਲ। ਕਿਰਪਾਲੂ ਸਤਿਗੁਰੂ ਜੀ ਇਸ ਤਰ੍ਹਾਂ ਗੁਰਤਾ ਸਿੰਘਾਸਨ ਤੇ ਥਿਰ ਹੋ ਕੇ ਬੈਠ ਕੇ ਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਐ। ਉਰੇ ਅੰਤ ਭਾਵਨਾ ਦਾਸ ਜਾਲ। ਸਮੂਹ ਦਾਸਾਂ ਦੀਆਂ ਭਾਵਨਾਵਾਂ ਦਰਸ਼ਨ ਕਰਨ ਆਈਆਂ ਸਿੱਖ ਸੰਗਤਾਂ ਦੀਆਂ ਇੱਛਾਵਾਂ ਗੁਰੂ ਪੂਰਨ ਕਰਦੇ ਐ। ਧਨ ਆਦ ਵਸਤ ਕੇ ਲਗ ਅੰਬਾਰ। ਸੰਗਤਾਂ ਵੱਲੋਂ ਜੋ ਧਨ ਅਤੇ ਭੇਟਾਵਾਂ ਅਰਪਣ ਕੀਤੀਆਂ ਜਾ ਰਹੀਆਂ ਹਨ, ਇੱਕ ਪਾਸੇ ਭੇਟਾਵਾਂ ਦੇ ਅੰਬਾਰ, ਦੂਜੇ ਪਾਸੇ ਗੁਰਾਂ ਦੇ ਸਨਮੁਖ ਮਾਇਆ ਦੇ ਅੰਬਾਰ ਧਨ ਦੇ ਢੇਰ ਲੱਗ ਜਾਂਦੇ ਐ। ਬਹੁ ਬਸਤਰ ਸ਼ਸਤਰ ਜਿਨ ਮੁਲ ਉਦਾਰ। ਬਹੁਤ ਸੋਹਣੇ ਬਸਤਰ, ਬੇਸ਼ ਕੀਮਤੀ ਸ਼ਸਤਰ, ਜਿਨ੍ਹਾਂ ਦਾ ਬਹੁਤ ਜ਼ਿਆਦਾ ਮੁੱਲ ਹੈ ਲਿਆਏ ਖਰਚ ਕਰ ਧਨ ਬਿਲੰਦ। ਫਿਰ ਘੋੜੇ ਬਹੁਤ ਅਦੁੱਤੀ, ਬਲਿਸ਼ਟ ਅਤੇ ਚੰਚਲ, ਬਹੁਤਾ ਧਨ ਖਰਚ ਕੇ ਸੰਗਤਾਂ ਲਿਆਉਂਦੀਆਂ। ਜਿੰਨੇ ਕਿਸੇ ਦੀ ਸਮਰੱਥਾ ਹੈ, ਜਿਹਦੇ ਕੋਲ ਬਹੁਤ ਸਮਰੱਥਾ ਹੈ, ਉਹ ਸੋਹਣੇ ਸੋਹਣੇ ਘੋੜੇ, ਸੋਹਣੇ ਸੋਹਣੇ ਸ਼ਸਤਰ ਖਰੀਦ ਕੇ ਲਿਆਉਂਦਾ ਹੈ। ਜਿਹਦੇ ਕੋਲ ਕੁਝ ਸੀਮਤ ਸਮਰੱਥਾ ਹੈ, ਉਹ ਸੋਹਣੇ ਸੋਹਣੇ ਬਸਤਰ ਖਰੀਦ ਕੇ ਲਿਆਉਂਦਾ ਹੈ। ਸੋ ਜਿੰਨੀ ਕਿਸੇ ਦੀ ਸਮਰੱਥਾ ਹੈ, ਆਪਣੀ ਸ਼ਕਤੀ, ਆਪਣੀ ਸੰਪत्ति ਦੇ ਬਲ ਅਨੁਸਾਰ ਗੁਰੂ ਚਰਨਾਂ ਵਿੱਚ ਬੇਸ਼ਕੀਮਤੀ ਨਜ਼ਰਾਨੇ ਲੈ ਕੇ ਆਉਂਦੇ ਗੁਰਸਿੱਖ। ਗੁਰ ਖੁਸ਼ੀ ਚਾਹੈ ਕਰ ਬੰਦ ਬੰਦ। ਦੋਨੋਂ ਹੱਥ ਜੋੜ ਜੋੜ ਸਤਿਗੁਰਾਂ ਦੇ ਚਰਨਾਂ ਵਿੱਚ ਨਜ਼ਰਾਨੇ ਹਾਜ਼ਰ ਕਰਕੇ ਗੁਰਸਿੱਖ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਐ। ਕਰੁਣਾ ਕਟਾਖ ਅਵਲੋਕ ਲੋਕ। ਤੇ ਸਤਿਗੁਰੂ ਜੀ ਕਰੁਣਾ ਦੀ ਕਟਾਖ, ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਜਿਨ੍ਹਾਂ ਵੱਲ ਵੀ ਤੱਕਦੇ ਐ, ਵੇਂਦੇ ਐ। ਨਿਜ ਸੇਵਕਾਨ ਸ਼੍ਰੇ ਦੇ ਦੋ ਲੋਕ। ਸਤਿਗੁਰੂ ਜੀ ਦੋਨਾਂ ਲੋਕਾਂ ਦੀ ਸ਼੍ਰੇ ਕਲਿਆਣ ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ ਬਖਸ਼ਦੇ ਐ। ਦੋਨਾਂ ਲੋਕਾਂ ਦੇ ਵਿੱਚ ਕਲਿਆਣ ਦੀ ਦਾਤ ਬਖਸ਼ਦੇ ਆ। ਸੰਸਾਰ ਵਿੱਚ ਵੀ ਕਲਿਆਣ ਨਾਮ ਸੁਖ ਅਤੇ ਪ੍ਰਲੋਕ ਵਿੱਚ ਵੀ ਕਲਿਆਣ ਨਾਮ ਮੁਕਤੀ ਦੀ ਦਾਤ ਦਿੰਦੇ ਐ। ਉਰੇ ਅੰਤ ਭਾਵਨਾ ਬਨ ਸਹਾਏ। ਆਪਣੇ ਸਿੱਖਾਂ, ਆਪਣੇ ਸੇਵਕਾਂ ਦੇ ਸਤਿਗੁਰੂ ਜੀ ਸਹਾਇਕ ਬਣ ਕੇ ਸਿੱਖਾਂ ਦੀਆਂ ਭਾਵਨਾਵਾਂ, ਇੱਛਾਵਾਂ ਨੂੰ ਪੂਰਨ ਕਰਦੇ ਐ। ਮਨ ਹਰਤ ਸਭਨ ਸੁੰਦਰ ਸੁਹਾਏ। ਤੇ ਮਨ ਹਰਤ, ਸਾਰਿਆਂ ਦੇ ਮਨ ਹਰੇ ਜਾਂਦੇ। ਸਤਿਗੁਰਾਂ ਦਾ ਸੌਂਦਰਯ ਸਰੂਪ ਐਸਾ ਸੁਹਾਏ ਸ਼ੋਭਦਾ ਹੈ। ਸਿੰਘਾਸਣ ਤੇ ਸਜੇ, ਸ਼ਸਤਰਾਂ ਵਸਤਰਾਂ ਨਾਲ ਸੁਸੱਜਿਤ, ਕਲਗੀ ਜਿਗਾ ਸੀਸ ਤੇ ਸ਼ੋਭਦੀ ਚਵਰ ਝੁਲ ਰਿਹਾ ਹੈ। ਐਸੀ ਅਦੁੱਤੀ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਸ਼ੋਭਾ ਹੈ ਕਿ ਦਰਸ਼ਨ ਕਰਨ ਵਾਲਿਆਂ ਗੁਰਸਿੱਖ ਸੰਗਤਾਂ ਦਾ ਮਨ ਲੁਭਾਏਮਾਨ ਹੋ ਜਾਂਦਾ ਹੈ, ਮੋਹਿਆ ਜਾਂਦਾ ਹੈ। ਬਹੁ ਸੂਖਮ ਚੀਰ ਜਾਮਾ ਮਨੋਗ। ਫਿਰ ਬਹੁਤ ਸੂਖਮ, ਬਹੁਤ ਪਤਲੇ ਚੀਰ ਬਸਤਰ, ਜਿਨ੍ਹਾਂ ਦਾ ਬਣਾਇਆ ਹੋਇਆ ਬਾਣਾ ਬੜਾ ਹੀ ਮਨੋਗ ਸੁੰਦਰ ਸਤਿਗੁਰੂ ਜੀ ਪਹਿਨਦੇ ਐ। ਜੋਗ ਸ਼ੋਰ ਜ਼ਰੀ ਪਟ ਕਟਹ ਜੋਗ। ਜੁਗ ਸ਼ੋਰ, ਸ਼ੋਰ ਨਾਮ ਪੱਲੇ, ਜਿਸ
ਪਰਨੇ ਦੇ ਦੋਨਾਂ ਹੀ ਪੱਲਿਆਂ ਤੇ ਜਰੀਦਾਰ ਗੋਟਾ ਲੱਗਾ ਹੋਇਆ ਹੈ। ਦੇ ਜੋਗ ਭੋਗ ਹੱਥ ਰੋਗ ਸੋਗ। ਤੇ ਕਟ ਹੈ ਜੋਗ, ਜਿਹੜਾ ਪਟ, ਜਿਹੜਾ ਬਸਤਰ, ਜਿਹੜਾ ਪਰਨਾ। ਕਟ ਨਾਮ ਲੱਕ ਦੇ ਨਾਲ ਬੰਨਣ ਦੇ ਯੋਗ, ਕਮਰ ਕਸਾ ਲਾਉਣ ਦੇ ਯੋਗ ਹੈ। ਐਸੇ ਅਦੁੱਤੀ ਸੁੰਦਰ ਸੋਹਣੇ ਕਮਰ ਕਸੇ ਪਾਤਸ਼ਾਹ ਲਾਉਂਦੇ ਹੈ। ਅਤੇ ਫਿਰ ਦੇ ਜੋਗ ਭੋਗ, ਦਰਸ਼ਨ ਕਰਨ ਵਾਲੇ, ਸ਼ਰਨ ਆਉਣ ਵਾਲੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਜੋਗ ਅਤੇ ਭੋਗ ਦੋਨੋਂ ਹੀ ਦਾਤਾਂ ਬਖਸ਼ਦੇ। ਭੋਗ ਨਾਮ ਹੁੰਦੇ ਪਦਾਰਥ ਤੇ ਜੋਗ ਨਾਮ ਹੁੰਦਾ ਜੁੜਨਾ ਪਰਮੇਸ਼ਰ ਨਾਲ। ਸੋ ਪਦਾਰਥਾਂ ਦੇ ਭੋਗ ਵੀ ਬਖਸ਼ਦੇ ਹਨ। ਸੰਸਾਰ ਦੇ ਪਦਾਰਥਾਂ ਦੇ ਜੋ ਇੱਛੁਕ ਹਨ ਉਹਨਾਂ ਦੀਆਂ ਇਹ ਵੀ ਇੱਛਾਵਾਂ ਪੂਰਨ ਕਰਦੇ ਹੈ। ਅਤੇ ਫਿਰ ਜੋਗ ਨਾਮ ਜੋ ਪਰਮੇਸ਼ਰ ਵਿੱਚ ਜੁੜਨਾ ਹੈ, ਇਸ ਜੋਗ ਦੀ ਦਾਤ, ਜੋਗਾ ਚਿੱਤ ਵਿਰਤੀ ਨਿਰੋਧਾ ਦੀਆਂ ਦਾਤਾਂ ਜਿਹੜੀਆਂ ਇਹ ਵੀ ਬਖਸ਼ਦੇ। ਹੱਥ ਰੋਗ ਸੋਗ, ਜਿਹੜੇ ਰੋਗ ਹਨ ਸਰੀਰ ਤਥਾ ਮਨ ਨੂੰ ਲੱਗੇ ਹੋਏ, ਸਰੀਰ ਨੂੰ ਬਿਮਾਰੀਆਂ ਰੂਪ ਤੇ ਮਨ ਨੂੰ ਵਕਾਰਾਂ ਰੂਪ, ਇਹ ਵੀ ਹੱਥ ਦਿੰਦੇ ਹੈ। ਤੇ ਸੋਗ ਜਿਹੜੇ ਦੁੱਖ ਹਨਗੇ, ਜੈਸੇ ਜੰਮਣ ਮਰਨ ਦੇ ਦੁੱਖ ਹੈ ਅਥਵਾ ਸ਼ੋਗ ਨਾਮ ਚਿੰਤਾ ਫਿਕਰ, ਇਹ ਵੀ ਸਤਿਗੁਰੂ ਜੀ ਹੱਥ ਦਿੰਦੇ, ਨਾਸ ਕਰ ਦਿੰਦੇ ਹੈ। ਵਿਸ਼ਵਾਸ ਧਰਤ ਗਨ ਦਾਸ ਲੋਗ। ਗਨ ਸਮੂਹ ਜਿਹੜੇ ਦਾਸ ਗੁਰਸਿੱਖ ਸੰਗਤਾਂ ਆਉਂਦੀਆਂ ਉਹ ਗੁਰਾਂ ਤੇ ਦ੍ਰਿੜ ਵਿਸ਼ਵਾਸ ਰੱਖਦੀਆਂ ਹਨ। ਤੇ ਗੁਰੂ ਪਿਆਰਿਓ, ਧਰਮ ਦੇ ਮਾਰਗ ਦੇ ਵਿੱਚ ਵਿਸ਼ਵਾਸ ਹੀ ਫਲ ਦਿੰਦਾ ਹੈ। ਜੇ ਵਿਸ਼ਵਾਸ ਦੇ ਵਿੱਚ ਹੀ ਡਗਮਗਾਹਟ ਹੋਵੇ ਤੇ ਜੋ ਸੇਵਕ ਹੈ ਉਹ ਵਾਂਛਿਤ ਦਾਤ ਨਹੀਂ ਹਾਸਲ ਕਰ ਸਕਦਾ। ਕਿਉਂਕਿ ਵਿਸ਼ਵਾਸੰ ਫਲੰ ਦਾਇਕੰ, ਜੇ ਵਿਸ਼ਵਾਸ ਹੀ ਦ੍ਰਿੜ ਨਹੀਂ ਹੈ ਤੇ ਕਿਰਪਾ ਵੀ ਨਹੀਂ ਵਰਤਦੀ। ਸੋ ਜਿਹਦਾ ਵਿਸ਼ਵਾਸ ਦ੍ਰਿੜ ਹੁੰਦਾ ਹੈ, ਜਿਹਦਾ ਵਿਸ਼ਵਾਸ ਪ੍ਰਪੱਕ ਹੁੰਦਾ ਹੈ ਗੁਰੂ ਦੇ ਉੱਪਰ, ਸਤਿਗੁਰੂ ਜੀ ਉਹਦੀਆਂ ਹੀ ਭਾਵਨੀਆਂ ਨੂੰ ਭਾਗ ਲਾਉਂਦੇ ਹੈ। ਕਿਉਂਕਿ ਆਪਾਂ ਜੀਵਾਂ ਦੀ ਹਾਲਤ ਹੈ, ਗੁਰੂ ਦਰ 'ਤੇ ਆਉਂਦੇ ਹਾਂ, ਗੁਰੂ ਅੱਗੋਂ ਆਪਣੇ ਦੁੱਖ ਵਿਅਕਤ ਵੀ ਕਰਦੇ ਹਾਂ, ਗੁਰੂ ਅੱਗੋਂ ਅਰਦਾਸ ਵੀ ਕਰਦੇ ਹਾਂ, ਪਰ ਮਨ ਵਿੱਚ ਸ਼ੰਕਤ ਵੀ ਹਾਂ। ਪਤਾ ਨਹੀਂ ਇਹ ਮੇਰਾ ਦੁੱਖ ਮਿਟਣਾ ਕਿ ਨਹੀਂ, ਪਤਾ ਨਹੀਂ ਮੇਰੀ ਇੱਛਾ ਪੂਰੀ ਹੋਣੀ ਹੈ ਕਿ ਨਹੀਂ। ਤੇ ਕੇਵਲ ਮਨ ਵਿੱਚ ਹੀ ਅਵਿਸ਼ਵਾਸ ਤੱਕ ਸੀਮਤ ਨਹੀਂ ਰਹਿ ਜਾਂਦੇ। ਇਤਨੀ ਵਿਸ਼ਵਾਸ ਦੀ ਡਗਮਗਾਹਟ ਤਾਂ ਆ ਜਾਂਦੀ ਹੈ ਕਿ ਪੰਡਤਾਂ ਕੋਲੋਂ ਜਾ ਕੇ, ਜੋਤਸ਼ੀਆਂ ਕੋਲੋਂ ਜਾ ਕੇ ਪੁੱਛਦੇ ਫਿਰਦੇ ਆ, ਤੁਸੀਂ ਦੱਸੋ ਜੀ ਸਾਡਾ ਭਵਿੱਖ ਕੀ ਹੈ, ਤੁਸੀਂ ਦੱਸੋ ਜੀ ਸਾਡੇ ਭਵਿੱਖ ਵਿੱਚ ਜੋ ਸਾਡੇ ਲੇਖ ਉਹ ਕੀ ਕਹਿੰਦੇ ਹੈ, ਮੇਰੀ ਕੁੰਡਲਨੀ ਕੀ ਕਹਿੰਦੀ ਹੈ। ਕਿਸ ਤਰ੍ਹਾਂ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰ ਲਵੇਗਾ ਜਦ ਗੁਰੂ 'ਤੇ ਵਿਸ਼ਵਾਸ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਗੁਰਸਿੱਖਾ ਤੂੰ ਵਿਸ਼ਵਾਸ ਦ੍ਰਿੜ ਕਰ ਤੇ ਚਿੰਤਾ ਰਹਿਤ ਹੋ ਜਾ, ਅਵਸ਼ ਹੀ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਤੇ ਹੁੰਦੇ ਹੈ ਜਿਨ੍ਹਾਂ ਨੇ ਗੁਰੂ 'ਤੇ ਦ੍ਰਿੜ ਵਿਸ਼ਵਾਸ ਰੱਖਿਆ ਹੈ, ਦ੍ਰਿੜ ਭਰੋਸਾ ਰੱਖਿਆ ਹੈ। ਗੁਰੂ ਪਿਆਰਿਓ, ਭਾਈ ਕਟਾਰਾ ਜੀ ਹੋਏ, ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰਾਂ ਦੇ ਸਿੱਖ, ਜੋ ਪਿਸ਼ਾਵਰ ਦੇ ਇਲਾਕੇ ਵਿੱਚ
ਰਾਜੇ ਦੀ ਨੌਕਰੀ ਕਰਦੇ ਐ ਉਹਦੇ ਅੰਗ ਰਕਸ਼ਕ ਬਣ ਕੇ। ਇੱਕ ਦਿਨ ਸ਼ਿਕਾਰ ਖੇਲਣ ਗਏ ਐ ਤੇ ਸ਼ਿਕਾਰ ਖੇਲਦਿਆਂ ਐਸਾ ਵਾਰ ਕੀਤਾ ਕਿ ਹਿਰਣੀ ਦਾ ਸ਼ਿਕਾਰ ਕੀਤਾ। ਜਿਸ ਵੇਲੇ ਤਲਵਾਰ ਦਾ ਵਾਰ ਵੱਜਿਆ ਤੇ ਉਹ ਤੜਪ ਤੜਪ ਕੇ ਪ੍ਰਾਣ ਤਿਆਗ ਗਈ। ਤਾਂ ਉਹ ਗਰਭਵਤੀ ਸੀ, ਤਾਂ ਜਿਹੜੇ ਬੱਚੇ ਸਨ ਉਹਦੇ ਪੇਟ ਵਿੱਚ ਉਹ ਵੀ ਤਲਵਾਰ ਵੱਜਣੇ ਕਰਕੇ ਪੇਟ ਪਾੜ ਗਿਆ ਤੇ ਬੱਚੇ ਵੀ ਬਾਹਰ ਡਿੱਗ ਪਏ ਤੇ ਤੜਪ ਤੜਪ ਕੇ ਪ੍ਰਾਣ ਤਿਆਗ ਗਏ। ਮਨ ਵਿਰਕਤ ਹੋ ਗਿਆ, ਵਿਰਾਗੀ ਹੋ ਗਿਆ। ਐਸਾ ਪਾਪ, ਐਸਾ ਅਪਰਾਧ ਕਰਮ ਮੈਂ ਕਮਾਇਆ ਹੈ, ਐਸਾ ਅਪਰਾਧ ਜੋ ਅਕਸ਼ਮਯ ਹੈ। ਤੇ ਕਿਉਂ ਹੋਇਆ? ਕਿਉਂਕਿ ਮੈਂ ਸ਼ਸਤਰ ਕੋਲ ਰੱਖਦਾ ਹਾਂ। ਮੈਂ ਅੱਜ ਤੋਂ ਸ਼ਸਤਰ ਹੀ ਨਹੀਂ ਰੱਖਾਂਗਾ। ਪਰ ਜੇ ਮੈਂ ਸ਼ਸਤਰ ਹੀ ਨਹੀਂ ਰੱਖਾਂਗਾ ਤੇ ਅੰਗ ਰਕਸ਼ਕ ਦੀ ਜਿਹੜੀ ਮੇਰੀ ਡਿਊਟੀ ਹੈ, ਮੇਰੀ ਨੌਕਰੀ, ਉਹ ਚਲੀ ਜਾਵੇਗੀ। ਘਰ ਪਰਿਵਾਰ ਦਾ ਗੁਜ਼ਰ ਨਿਰਵਾਹ ਕੈਸੇ ਚੱਲੇਗਾ? ਤਾਂ ਇਸ ਤਰ੍ਹਾਂ ਸੋਚ ਆਈ ਕਿ ਤਲਵਾਰ ਦਾ ਮੁੱਠਾ ਲੋਹੇ ਦਾ ਤੇ ਪੱਤਾ ਲੱਕੜ ਦਾ ਬਣਾ ਕੇ ਪਾ ਲੈਣਾ। ਜਦ ਕਦੇ ਚਲਾਵਾਂ ਵੀ ਤੇ ਕਿਸੇ ਜੀਵ ਦੀ ਹੱਤਿਆ ਹੋ ਹੀ ਨਾ ਸਕੇ। ਤਥਾ ਹੀ ਕੀਤਾ ਤੇ ਰਾਜੇ ਦਾ ਅੰਗ ਰਕਸ਼ਕ ਬਣ ਕੇ ਰਹਿੰਦੇ ਹੈ ਭਾਈ ਕਟਾਰਾ ਜੀ। ਸੋ ਇਸ ਤਰ੍ਹਾਂ ਸਮਾਂ ਗੁਜ਼ਰਿਆ। ਹੌਲੀ ਹੌਲੀ ਇਹ ਗੱਲ ਦਾ ਸੰਗੀ ਸਾਥੀਆਂ ਨੂੰ ਵੀ ਪਤਾ ਲੱਗਾ। ਜਿਹੜੇ ਈਰਖਾ ਕਰਦੇ ਸਨ, ਇਹ ਰਾਜੇ ਦੇ ਨਾਲ ਨਾਲ ਉਹਦਾ ਅੰਗ ਰਕਸ਼ਕ ਬਣ ਕੇ ਰਹਿੰਦਾ, ਇਹਨੂੰ ਇਹ ਸੌਦੇ ਤੋਂ ਲਾਉਣਾ। ਉਹ ਰਾਜੇ ਕੋਲ ਸ਼ਿਕਾਇਤ ਕਰਨ ਲੱਗੇ ਕਿ ਤੁਹਾਡਾ ਅੰਗ ਰਕਸ਼ਕ ਜਿਹੜਾ ਹੈ ਉਹਦੇ ਕੋਲ ਤੇ ਤਲਵਾਰ ਹੀ ਲੱਕੜ ਦੀ ਹੈ। ਇਸ ਤਰ੍ਹਾਂ ਵਾਰ-ਵਾਰ ਸ਼ਿਕਾਇਤਾਂ ਗਈਆਂ। ਰਾਜਾ ਸੋਚਦਾ ਹੈ ਕਿ ਮੈਂ ਸਿੱਧਾ ਬਿਨਾਂ ਕਿਸੇ ਪ੍ਰਮਾਣ ਤੋਂ ਜੇ ਮੈਂ ਪੁੱਛਾਂ ਤੇ ਅੱਗੋਂ ਤਲਵਾਰ ਲੋਹੇ ਦੀ ਨਿਕਲ ਆਵੇ ਤੇ ਝੂਠਾ ਤੇ ਮੈਂ ਪਵਾਂਗਾ। ਇਸ ਵਾਸਤੇ ਜੁਗਤੀ ਸੋਚੀ ਹੈ, ਸਭਾ ਲਾਈ ਰਾਜੇ ਨੇ ਤੇ ਸਾਰੇ ਉਪਸਥਿਤ ਹੋਏ। ਰਾਜਾ ਕਹਿਣ ਲੱਗਾ, ਭਾਈ ਸਾਰੇ ਆਪੋ ਆਪਣੀਆਂ ਤਲਵਾਰਾਂ ਕੱਢ ਕੇ ਵਿਖਾਓ। ਰਾਜੇ ਨੇ ਆਪਣੀ ਵੀ ਕੱਢੀ ਤਲਵਾਰ ਮਿਆਨ ਵਿੱਚੋਂ। ਤੇ ਇਹ ਗੁਰੂ ਦਾ ਸਿੱਖ ਜਿਹੜਾ ਹੈ, ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਬੇਨਤੀਆਂ ਕਰਨ ਲੱਗਾ, ਸਤਿਗੁਰੂ ਜੀ ਹੁਣ ਤੁਹਾਡੇ ਹੀ ਚਰਨਾਂ ਦੀ ਓਟ ਹੈ, ਤੁਸੀਂ ਹੀ ਕਿਰਪਾ ਕਰਨੀ ਹੈ। ਜਿਸ ਆਸ਼ਰਿਤ ਮੇਰੀ ਤਥਾ ਪਰਿਵਾਰ ਦੀ ਇਹ ਗੁਜ਼ਰ ਚੱਲਦੀ ਹੈ, ਜੇ ਮੇਰੀ ਇਹ ਚੋਰੀ ਪਕੜੀ ਗਈ ਤਾਂ ਮੇਰੀ ਤਥਾ ਪਰਿਵਾਰ ਦੀ ਉਪਜੀਵਕਾ ਬੰਦ ਹੋ ਜਾਣੀ ਹੈ। ਸੋ ਤੁਸੀਂ ਕਿਰਪਾ ਕਰਨੀ ਹੈ ਤੇ ਮੇਰੀ ਪੱਤ ਆਬਰੋ ਲੱਜਾ ਹੁਣ ਤੁਸੀਂ ਰੱਖਣੀ। ਦ੍ਰਿੜ ਵਿਸ਼ਵਾਸ ਹੈ ਸਿੱਖ ਦੇ ਮਨ ਵਿੱਚ। ਵਾਰੀ ਵਾਰੀ ਸਾਰੇ ਹੀ ਤਲਵਾਰਾਂ ਕੱਢ ਰਹੇ ਹਨ। ਗੁਰਸਿੱਖ ਦੀ ਵਾਰੀ ਆਈ। ਗੁਰੂ ਚਰਨਾਂ ਤੇ ਦ੍ਰਿੜ ਭਰੋਸਾ ਰੱਖ ਕੇ ਜਦੋਂ ਤਲਵਾਰ ਮਿਆਨ ਵਿੱਚੋਂ ਕੱਢੀ ਹੈ ਤਾਂ ਐਸੀ ਤਲਵਾਰ ਮਿਆਨ ਵਿੱਚੋਂ ਨਿਕਲੀ ਹੈ ਜਿਸ ਤਰ੍ਹਾਂ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਲਿਸ਼ਕਦੀ ਹੈ। ਇਉਂ ਤਲਵਾਰ ਲਿਸ਼ਕਾਂ ਪਈ ਮਾਰੇ, ਮਾਨੋ ਕਿ ਸ਼ਤਰੂ ਦਾ ਹੁਣੇ ਕਲਮ ਕਰਨ ਵਾਸਤੇ ਤਿਆਰ ਹੈ। ਸਾਰਿਆਂ ਦੀਆਂ ਧੌਣਾਂ ਨੀਵੀਆਂ ਪੈ ਗਈਆਂ। ਰਾਜਾ ਅਤੀ ਪ੍ਰਸੰਨ ਹੋਇਆ ਤੇ ਗੁਰਸਿੱਖ ਦਾ ਹੋਰ ਵੀ ਵੱਡਾ ਅਹੁਦਾ ਜਿਹੜਾ ਹੈ ਉਹ ਦੇ ਕੇ ਨਿਵਾਜਿਆ ਤੇ ਸਿਰੋਂ ਪਾਓ ਦਿੰਦਿਆਂ ਸਾਰਿਆਂ ਨੂੰ ਬਹੁਤ ਸ਼ਰਮਿੰਦਗੀ ਜਿਹੜੀ ਰਾਜੇ ਨੇ ਜਤਾਈ
ਤੇ ਇਹ ਗੁਰਸਿੱਖ ਨੂੰ ਨਿਵਾਜਿਆ। ਸੋ ਇਹ ਸੀ ਤਲਵਾਰ ਲੱਕੜ ਦੀ, ਪਰ ਲੋਹੇ ਦੀ ਕਿਵੇਂ ਬਣ ਗਈ? ਕਿਉਂਕਿ ਗੁਰੂ ਤੇ ਦ੍ਰਿੜ ਵਿਸ਼ਵਾਸ ਹੈ, ਗੁਰੂ ਤੇ ਦ੍ਰਿੜ ਭਰੋਸਾ ਹੈ। ਸੋ ਵਿਸ਼ਵਾਸੰ ਫਲੰ ਦਾਇਕੰ, ਵਿਸ਼ਵਾਸ ਹੀ ਫਲ ਦਿੰਦਾ ਹੈ। ਆਪਣੇ ਵਿੱਚ ਵਿਸ਼ਵਾਸ ਦੀ ਡਗਮਗਾਹਟ ਤਾਂ ਆ ਜਾਂਦੀ ਹੈ। ਅਰਦਾਸ ਤਾਂ ਕਰਦੇ ਹਾਂ, ਬੇਨਤੀ ਤਾਂ ਕਰਦੇ, ਅਥਵਾ ਅਰਦਾਸੀ ਸਿੱਖ ਕੋਲੋਂ ਬੇਨਤੀ ਕਰਵਾਉਂਦੇ ਵੀ ਹਾਂ, ਪਰ ਸ਼ੰਕਤ ਹੈ ਕਿਤੇ ਨਾ ਕਿਤੇ। ਭਾਵੇਂ ਦੂਜਿਆਂ ਨੂੰ ਜਿਤਾਈਏ, ਮੇਰਾ ਗੁਰੂ ਤੇ ਭਰੋਸਾ ਦ੍ਰਿੜ ਹੈ, ਮੈਨੂੰ ਪੂਰਾ ਵਿਸ਼ਵਾਸ ਹੈ, ਪਰ ਅੰਤਰ ਮਨ ਦੇ ਵਿੱਚ ਤੇ ਭਲਿਆ ਵੇਖ, ਆਪਣੇ ਅੰਤਰ ਮਨ ਵਿੱਚ ਸਵੈਮ ਵੇਖ ਕੀ ਤੈਨੂੰ ਦ੍ਰਿੜ ਵਿਸ਼ਵਾਸ ਹੈ। ਜੇ ਹੈ ਦੂਜੇ ਨੂੰ ਤੇ ਜ਼ਾਹਰ ਕਰਨ ਦੀ ਆਵਸ਼ਕਤਾ ਹੀ ਨਹੀਂ, ਦੂਜੇ ਨੂੰ ਜ਼ਾਹਰ ਕਰਦਾ ਮੇਰਾ ਗੁਰੂ ਤੇ ਦ੍ਰਿੜ ਭਰੋਸਾ, ਮੈਂ ਗੁਰੂ ਤੇ ਹੀ ਭਰੋਸਾ ਕਰਦਾ, ਮੈਨੂੰ ਹੋਰ ਕਿਸੇ ਤੇ ਨਹੀਂ, ਮੈਂ ਗੁਰੂ ਤੇ ਮੇਰਾ ਦ੍ਰਿੜ ਵਿਸ਼ਵਾਸ। ਪਰ ਅੰਤਰ ਮਨ ਵਿੱਚ ਵੇਖ ਆਪਣੇ ਸਵੈਮ, ਕਿਤੇ ਵਿਸ਼ਵਾਸ ਵਿੱਚ ਡਗਮਗਾਹਟ ਤਾਂ ਤੇ ਨਹੀਂ ਹੈ। ਜੇ ਹੈ ਤੇ ਬਖਸ਼ਿਸ਼ ਦਾ ਪਾਤਰ ਨਹੀਂ ਬਣ ਪਾਵੇਂਗਾ, ਕਿਉਂਕਿ ਵਿਸ਼ਵਾਸੰ ਫਲੰ ਦਾਇਕੰ। ਸੋ ਰੋ ਵਿਚਾਰ ਜਿਹੜੇ ਗੁਰਸਿੱਖ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦਰਸ਼ਨ ਕਰਨ ਆਉਂਦੇ ਹਨ, ਉਹਨਾਂ ਦਾ ਗੁਰੂ ਤੇ ਵਿਸ਼ਵਾਸ ਦ੍ਰਿੜ ਹੈ, ਭਰੋਸਾ ਦ੍ਰਿੜ ਹੈ। ਦਰਬਾਰ ਗੁਰਨ ਸਭ ਕਿਛ ਅਤੋਟ, ਕਿਉਂਕਿ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸਭ ਕੁਝ ਅਤੋਟ ਹੈ। ਕਿਸੇ ਵੀ ਪਦਾਰਥ ਦੀ ਕੋਈ ਘਾਟ ਨਹੀਂ ਹੈ, ਕਮੀ ਨਹੀਂ ਹੈ। ਇੱਥੇ ਧਰਮ, ਅਰਥ, ਕਾਮ, ਮੋਖ, ਇਹ ਚਾਰੇ ਪਦਾਰਥ ਜਿਨ੍ਹਾਂ ਦੇ ਅੰਤਰਗਤ ਬ੍ਰਹਿਮੰਡ ਦੇ ਸਾਰੇ ਪਦਾਰਥ ਆ ਜਾਂਦੇ। ਧਰਮ, ਅਰਥ, ਕਾਮ, ਮੋਖ, ਇਹਨਾਂ ਦੇ ਅੰਤਰਗਤ ਸਾਰੇ ਤ੍ਰਿਲੋਕੀ ਦੇ ਪਦਾਰਥ ਆ ਜਾਂਦੇ ਹਨ। ਤੇ ਚਾਰੀ ਪਦਾਰਥਾਂ ਦੇ ਭੰਡਾਰੇ ਅਤੋਟ ਹੈ, ਗੁਰੂ ਘਰ ਵਿੱਚ ਭਰੇ ਹੋਏ, ਕਿਸੇ ਪਦਾਰਥ ਦੀ ਤੋਟ ਨਹੀਂ, ਕਮੀ ਨਹੀਂ। ਨਹਿ ਥੁਰਹਿ ਦੇਤ ਕੋਟਾਨ ਕੋਟ, ਤੇ ਕੋਟਾਨ ਕੋਟ, ਕਰੋੜਾਂ ਹੀ ਕਰੋੜਾਂ ਸੇਵਕਾਂ ਨੂੰ, ਕਰੋੜਾਂ ਹੀ ਕਰੋੜਾਂ ਦੇ ਪਦਾਰਥਾਂ ਦੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਬਖਸ਼ਦੇ ਹੈ। ਪਰ ਇਸ ਘਰ ਵਿੱਚ ਤੋਟ ਨਹੀਂ ਆਉਂਦੀ, ਇਸ ਘਰ ਵਿੱਚ ਘਾਟਾ ਨਹੀਂ ਆਉਂਦਾ। ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਸਤਿਗੁਰੂ ਜੀ ਦੋਨੋਂ ਹੀ ਹੱਥਾਂ ਦੇ ਨਾਲ ਬੇਅੰਤ ਦਾਤਾਂ ਵੰਡ ਰਹੇ ਹਨ, ਤੇ ਸਤਿਗੁਰਾਂ ਵੱਲੋਂ ਵੰਡੀਆਂ ਜਾ ਰਹੀਆਂ ਬੇਅੰਤ ਦਾਤਾਂ, ਕਿਉਂਕਿ ਕੇਵਲ ਪਦਾਰਥ ਹੀ ਨਹੀਂ, ਸਤਿਗੁਰੂ ਜੀ ਰਿੱਧੀਆਂ ਸਿੱਧੀਆਂ ਕਰਾਮਾਤਾਵਾਂ ਸ਼ਕਤੀਆਂ ਵੀ ਵੰਡ ਰਹੇ ਹਨ। ਭਾਈ ਸਾਵਣ ਮੱਲ, ਸੱਚਣ ਮੱਲ, ਇਸੇ ਸੱਚਣ ਸੱਚ, ਇਸੇ ਪ੍ਰਕਾਰ ਮਾਨਕ ਚੰਦ, ਬੇਣੀ ਪੰਡਤ ਇਤਿਆਦਿ ਬੇਅੰਤ ਦਾਤਾਂ ਨਾਲ ਗੁਰਾਂ ਨੇ ਸਿੱਖਾਂ ਨੂੰ ਨਿਵਾਜਿਆ ਹੈ। ਤਾਂ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੇ ਵਿੱਚ ਵਿਚਾਰ ਆਈ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜਾ ਖਜ਼ਾਨਾ ਇਕੱਤਰਿਤ ਕੀਤਾ ਸੀ ਬੇਅੰਤ, ਇਉਂ ਤਪਤਾ ਕਿ ਭਾਈ ਗੁਰਦਾਸ ਜੀ ਲਿਖਦੇ ਹੈ ਨਾ ਕਿ ਰੋੜਾਂ ਦੀ ਗੁਰ ਕਰੀ ਵਿਛਾਈ। ਜਦੋਂ ਕਰਤਾਰਪੁਰ ਸਾਹਿਬ ਨਗਰੀ ਆ ਗਏ ਤੇ ਸਤਿਗੁਰਾਂ ਨੇ ਰੋੜਾਂ ਦਾ ਆਸਣ ਵਿਛਾ ਲਿਆ। ਇੰਨੀ ਕਠਿਨ ਤਪੱਸਿਆ, ਇਤਨੀ ਕਠਿਨ ਸਿਮਰਨ ਦੇ ਵਿੱਚ ਪ੍ਰੌੜਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਿਖਾਈ ਹੈ। ਜਗਤ ਨੂੰ ਉਪਦੇਸ਼ ਦੇਣ ਹੈਤੂ ਸਤਿਗੁਰਾਂ ਨੂੰ ਆਵਸ਼ਕਤਾ ਨਹੀਂ, ਉਹ ਤੇ ਆਪ ਪਰ ਬ੍ਰਹਮ ਸਰੂਪ ਹਨ, ਪਰ ਆਪਣੀ ਉਮਤ ਨੂੰ ਸਿਮਰਨ ਵਿੱਚ ਪ੍ਰੇਰਿਤ ਕਰਨ ਵਾਸਤੇ ਕਿ ਸੰਸਾਰ ਦੇ ਸੁੱਖਾਂ ਵਿੱਚ ਹੀ ਉਲਝ ਕੇ ਨਾ ਰਹਿ ਜਾਣਾ, ਸਰੀਰ ਦੀਆਂ ਸੁੱਖ ਸੁਵਿਧਾਵਾਂ ਵੱਲ ਹੀ ਨਹੀਂ ਤੱਕਦੇ ਰਹਿਣਾ, ਸਿਮਰਨ ਦੀ ਕਮਾਈ ਵਿੱਚ ਪ੍ਰੌੜਤਾ ਕਰਨੀ ਹੈ। ਸਰੀਰ ਨੂੰ ਚਾਹੇ ਕਸ਼ਟ ਹੀ ਪਹੁੰਚੇ, ਸੋ ਰੋੜਾਂ ਦੀ ਗੁਰ ਕਰੀ ਵਿਛਾਈ, ਕਠਿਨ ਤਪੱਸਿਆ ਸਿਮਰਨ ਦੀ ਕਰਦੇ ਰਹੇ ਗੁਰੂ ਨਾਨਕ ਦੇਵ ਜੀ। ਬਾਬਾ ਬੁੱਢਾ ਸਾਹਿਬ ਜੀ ਵਿਚਾਰਦੇ ਜੋ ਇਤਨਾ ਖਜ਼ਾਨਾ ਇਕੱਤਰਿਤ ਕੀਤਾ ਕਿ ਉਹ ਗੁਰੂ ਅਮਰਦਾਸ ਸਾਹਿਬ ਜੀ ਸਾਰਾ ਹੀ ਲੁਟਾ ਦੇਣ ਲੱਗੇ ਹਨਗੇ। ਆਏ ਮਨ ਦੇ ਵਿੱਚ
ਇਸ ਸੰਸੇ ਦੀ ਨਿਵਰਤੀ ਹੇਤੂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਦੋਂ ਸੁਪਨ ਵਿੱਚ ਵਿਖਾਇਆ ਹੈ। ਬਾਬਾ ਬੁੱਢਾ ਸਾਹਿਬ ਜੀ ਕੀ ਵੇਖਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਖਜ਼ਾਨਾ ਹੈ ਉਹ ਉਸੇ ਤਰ੍ਹਾਂ ਲਬਾਲਬ ਭਰਿਆ, ਭਾਵੇਂ ਬੇਅੰਤ ਉਹਦੇ ਵਿੱਚੋਂ ਵਰਤ ਰਿਹਾ ਹੈ ਪਰ ਉਹਦੇ ਵਿੱਚ ਤੋਟ ਨਹੀਂ ਆਉਂਦੀ, ਕਿਉਂਕਿ ਇਹ ਖਜ਼ਾਨਾ ਐਸਾ ਹੈ ਜਿਵੇਂ ਸਾਗਰ ਹੈ। ਸਾਗਰ ਦੇ ਵਿੱਚੋਂ ਕਿਤਨਾ ਵੀ ਕੋਈ ਜਲ ਕੱਢ ਲਵੇ ਕਿ ਉਹਦੇ ਵਿੱਚ ਕੋਈ ਘਾਟ ਆ ਸਕਦੀ ਹੈ। ਜੀਵ ਲੱਖ ਯਤਨ ਕਰੇ ਕਿ ਮੈਂ ਸਾਗਰ ਨੂੰ ਘਟਾਉਣਾ ਹੈ, ਕਿਤਨਾ ਵੀ ਜਲ ਕਿਉਂ ਨਾ ਕੱਢ ਲਵੇ, ਕਤਈ ਸਾਗਰ ਦੇ ਵਿੱਚ ਲੇਸ਼ ਮਾਤਰ ਫਰਕ ਨਹੀਂ ਪਵੇਗਾ। ਭਾਵੇਂ ਮਣਾ ਮੋਈ ਜਲ ਅਥਵਾ ਕਿਤਨਾ ਵੀ ਜਲ ਸਾਗਰ ਦੇ ਵਿੱਚੋਂ ਕੋਈ ਕੱਢਣ ਦਾ ਯਤਨ ਕਰ ਲਵੇ, ਸਾਗਰ ਵਿੱਚ ਕੋਈ ਤੋਟ ਆਉਣ ਵਾਲੀ ਨਹੀਂ, ਕਮੀ ਆਉਣ ਵਾਲੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਖਜ਼ਾਨਾ ਜਿਹੜਾ ਹੈ ਉਹ ਸਾਗਰ ਦੀ ਨਿਆਈ ਹੈ, ਸਮੁੰਦਰ ਦੀ ਨਿਆਈ ਹੈ। ਜਿਤਨਾ ਵੀ ਇਹਦੇ ਵਿੱਚੋਂ ਵੰਡੀ ਜਾਓ ਇਹਦੇ ਵਿੱਚ ਤੋਟ ਨਹੀਂ ਆਉਂਦੀ, ਤੋਟ ਨਾ ਆਵੇ ਵੱਧਦੋ ਜਾਈ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਡਿਠਾ ਹੈ, ਵੇਖਿਆ ਹੈ, ਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਨਤਮਸਤਕ ਹੋਏ ਹੈ। ਡੰਡੇਵਤ ਲੈ ਪੈ ਕੇ ਨਮਸਕਾਰ ਕੀਤੀ ਤੇ ਕਿਹਾ ਪਾਤਸ਼ਾਹ ਤੁਸੀਂ ਧੰਨ ਹੋ। ਸੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਖਜ਼ਾਨਾ ਅਤੋਟ ਹੈ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦੇ ਜੋਗ ਭੋਗ ਹੱਥ ਰੋਗ ਸੋਗ ਬੇਅੰਤ ਦਾਤਾਂ ਸਤਿਗੁਰੂ ਜੀ ਬਖਸ਼ਦੇ ਹਨ। ਚਾਰੇ ਪਦਾਰਥਾਂ ਦੀਆਂ ਦਾਤਾਂ ਦਿੰਦੇ ਆ, ਪਰ ਅਤੋਟ ਹੈ ਇਹ ਖਜ਼ਾਨਾ, ਨਹਿ ਥੁਰ ਹੈ, ਥੁਰਦਾ ਨਹੀਂ ਹੈ, ਭਾਵ ਘਟਦਾ ਨਹੀਂ ਹੈ, ਕਮੀ ਨਹੀਂ ਆਉਂਦੀ। ਕਰੋੜਾਂ ਹੀ ਕਰੋੜਾਂ ਜੀਵਾਂ ਨੂੰ ਕਰੋੜਾਂ ਹੀ ਕਰੋੜਾਂ ਪਦਾਰਥਾਂ ਦੀਆਂ ਦਾਤਾਂ ਵੰਡ ਰਹੇ ਹੈ। ਦੇਸ਼ ਦਾਹਨ ਥਿਰ ਇੰਦਰਾ ਸਦੀਵ। ਸਤਿਗੁਰਾਂ ਦੇ ਦਾਹਨ ਨਾਮ ਸੱਜੇ ਪਾਸੇ ਇੰਦਰਾ ਜਿਹੜੀ ਲਕਸ਼ਮੀ ਹੈ ਹੱਥ ਬੰਦ ਖਲੋਤੀ ਹੋਈ ਹੈ, ਸੇਵਾ ਵਿੱਚ ਹਾਜ਼ਰ ਹੈ। ਲਕਸ਼ਮੀ ਦੋਨੋਂ ਹੱਥ ਬੰਦ ਸਤਿਗੁਰਾਂ ਦੇ ਸੱਜੇ ਪਾਸੇ ਖਲੋਤੀ ਹੈ। ਦਸ ਅਸ਼ਟ ਸਿੱਧ ਨਿਤ ਸਮੁਖ ਥੀਵ। ਜਿਹੜੀਆਂ 10 ਅਸਟ ਇਹ ਜਿਹੜੀਆਂ 18 ਸਿੱਧੀਆਂ ਹਨ ਇਹ ਨਿਤਾ ਪ੍ਰਤੀ ਸਤਿਗੁਰਾਂ ਦੇ ਸਨਮੁਖ ਸੇਵਾ ਵਿੱਚ ਖਲੋਤੀਆਂ ਹਨ। ਦੇਸ਼ ਬਾਮ ਰਿੱਧ ਠਾਡੀ ਅਨੇਕ। ਤੇ ਬਾਮ ਸਤਿਗੁਰਾਂ ਦੇ ਖੱਬੇ ਪਾਸੇ ਜਿਹੜੀਆਂ ਰਿੱਧੀਆਂ ਹਨ ਇਹ ਹੱਥ ਬੰਦ ਖਲੋਤੀਆਂ ਹਨ। ਔਰ ਬਸਹਿ ਗਿਆਨ ਹੰ ਬ੍ਰਹਮ ਏਕ। ਤੇ ਧੰਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਉਰ ਹਿਰਦੇ ਵਿੱਚ ਜੋ ਬ੍ਰਹਮ ਗਿਆਨ ਹੈ, ਹੰ ਬ੍ਰਹਮ, ਹੰ ਨਾਮ ਮੈਂ ਹੀ ਬ੍ਰਹਮ ਹਾਂ, ਅਹੰ ਬ੍ਰਹਮ ਅਸਮੀ ਜਿਹੜਾ ਉਹ ਹਿਰਦੇ ਵਿੱਚ ਵਸਦਾ ਹੈ। ਉਤਸਾਹ ਬਦਨ ਮਹਿ ਬਾਸ ਪਾਏ। ਹਿਰਦੇ ਵਿੱਚ ਅਹੰ ਬ੍ਰਹਮ ਹੈ ਤੇ ਮੁਖ ਤੇ ਉਤਸ਼ਾਹ ਹੈ। ਮੁਖ ਦਾ ਜੋ ਜਲਾਲ ਜਿਹੜਾ ਹੈ ਉਹ ਚੜ੍ਹਦੇ ਸੂਰਜ ਦੀ ਨਿਆਈ ਚਮਕਦਾ ਹੈ। ਆਤ ਪ੍ਰਾਕਰਮ ਬਾਹਨ ਮਹਿ ਲਖਾਏ। ਸਤਿਗੁਰਾਂ ਦੀਆਂ ਭੁਜਾਵਾਂ ਦੇ ਵਿੱਚ ਬਾਹਾਂ ਦੇ ਵਿੱਚ ਜਿਹੜਾ ਪਰਾਕਰਮ ਹੈ, ਜਿਹੜਾ ਬਲ ਹੈ ਉਹ ਪ੍ਰਕਾਸ਼ ਰਿਹਾ ਹੈ। ਗਨ ਸੰਗਤ ਏਮ ਸਮੁਦਾਇ ਆਏ। ਇਸ ਤਰ੍ਹਾਂ ਸਮੂਹ ਸਿੱਖ ਸੰਗਤਾਂ ਆਉਂਦੀਆਂ, ਇੱਕ ਦਿਵਸ ਵਿਖੈ ਦਰਸ਼ਨ ਪਾਏ। ਤੇ ਇੱਕ ਦਿਨ ਫਿਰ ਖੁੱਲੇ ਦਰਸ਼ਨ ਹੁੰਦੇ। ਬੇਅੰਤ ਸੰਗਤਾਂ ਆਉਂਦੀਆਂ ਰਹਿੰਦੀਆਂ। ਆਨੰਦਪੁਰ ਸਾਹਿਬ ਨਗਰੀ ਵਿੱਚ ਸੰਗਤਾਂ ਦੇ ਪੜਾਅ ਲੱਗਦੇ ਜਾਂਦੇ, ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੁੰਦਾ। ਤਾਂ ਇੱਕ ਦਿਨ ਪਾਤਸ਼ਾਹ ਸਤਿਗੁਰੂ ਜੀ ਖੁੱਲਾ ਦੀਵਾਨ ਲਾਉਂਦੇ। ਉਸ ਦਿਨ ਫਿਰ ਖੁੱਲੇ ਦੀਦਾਰ, ਖੁੱਲੇ ਦਰਸ਼ਨ ਸੰਗਤਾਂ ਨੂੰ ਬਖਸ਼ਦੇ। ਉਹ ਬਸਹਿ ਪਾਸ ਇੱਕ ਮਾਸ ਚਾਓ। ਕੋਈ ਚਾਅ ਨਾਲ ਇੱਕ ਇੱਕ ਮਹੀਨਾ ਗੁਰੂ ਦੀ ਸੇਵਾ ਵਿੱਚ ਰਹਿੰਦੇ।
ਹਿਰੋ ਪਾਓ ਪਾਏ ਪੁਨ ਹੋਇ ਬਿਦਾਓ। ਤੇ ਸਿਰੋਂ ਪਾਓ ਦੀ ਦਾਤ ਗੁਰਾਂ ਕੋਲੋਂ ਲੈ ਕੇ ਤੇ ਫਿਰ ਵਿਦਾਇਗੀ ਲੈ ਲੈਂਦੇ। ਕੋਈ ਮਹੀਨਾ ਕੋਈ ਸਵਾ ਮਹੀਨਾ ਸੇਵਾ ਕਰਦਾ, ਹਟ ਮਾਸ ਰਹਿਤ ਉਰ ਲਹਿ ਸੇਵ। ਕੋਈ 6 ਮਹੀਨੇ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਮਾਉਂਦੇ ਹਿਰਦੇ ਦੀ ਭਾਵਨਾ ਦੇ ਨਾਲ। ਕੋ ਈਸ਼ ਜੀਵ ਕੋ ਜਾਨ ਭੇਵ। ਤੇ ਕੋਈ ਹਜ਼ੂਰੀ ਵਿੱਚ ਰਹਿ ਕੇ ਗੁਰੂ ਕੋਲੋਂ ਉਪਦੇਸ਼ ਲੈ ਕੇ ਜੀਵ ਅਤੇ ਈਸ਼ ਦੇ ਭੇਦ ਨੂੰ ਸਮਝਦਾ, ਅਰਥਾਤ ਜੀਵ ਕੀ ਹੈ ਤੇ ਈਸ਼ਵਰ ਕੀ ਹੈ। ਇਸ ਭੇਦ ਨੂੰ ਗੁਰੂ ਹਜ਼ੂਰੀ ਵਿੱਚੋਂ ਉਪਦੇਸ਼ ਲੈ ਕੇ ਜਾਣਦਾ ਕਿ ਜੋ ਜੀਵ ਵਾਚਿਅਰਥ ਕਰਕੇ ਅਲਪਗ ਹੈ ਤੇ ਜੋ ਈਸ਼ਵਰ ਵਾਚਿਅਰਥ ਕਰਕੇ ਸਰਬੱਗ ਹੈ। ਅਰਥਾਤ ਜੋ ਦੋਨੋਂ ਜੀਵ ਤੇ ਈਸ਼ਵਰ ਹਨ ਉਹ ਉਪਾਧੀਆਂ ਕਾਰਨ ਭੇਦ ਹਨਗੇ। ਉਪਾਧੀਆਂ ਕਾਰਨ ਅਲਪਗ ਤੇ ਸਰਬਗਤਾ ਦਾ ਭੇਦ ਹੈ। ਪਰ ਉਪਾਧੀਆਂ ਮਾਇਆ ਤੇ ਅਵਿਦਿਆ ਦੋਨੋਂ ਹੀ ਮਿਥਿਆ ਹਨ। ਈਸ਼ਵਰ ਦੀ ਉਪਾਧੀ ਮਾਇਆ ਨਾਸ਼ਵੰਤ ਹੈ, ਜੀਵ ਦੀ ਉਪਾਧੀ ਅਵਿਦਿਆ ਇਹ ਵੀ ਨਾਸ਼ਵੰਤ ਹੈ। ਦੋਨਾਂ ਨੂੰ ਪਾਸੇ ਹਟਾ ਕੇ ਵੇਖੀਏ, ਈਸ਼ਵਰ ਵਿੱਚ ਵੀ ਬ੍ਰਹਮ ਹੈ। ਈਸ਼ਵਰ ਸਰਗੁਣ ਸਰੂਪ, ਬ੍ਰਹਮ ਨਿਰਗੁਣ ਸਰੂਪ ਤੇ ਜੀਵ ਜੋ ਇਹ ਅਲਪਗ ਜੋ ਕਿ ਵਾਚਿਅਰਥ ਕਾਰਨ ਅਵਿਦਿਆ ਉਪਾਧੀ ਕਾਰਨ ਅਲਪਗ ਹੈ। ਅਵਿਦਿਆ ਉਪਾਧੀ ਪਾਸੇ ਰੱਖ ਦਈਏ ਤੇ ਜੀਵ ਵਿੱਚ ਕੀ ਹੈ? ਬ੍ਰਹਮ। ਈਸ਼ਵਰ ਵਿੱਚ ਕੀ ਹੈ? ਬ੍ਰਹਮ ਨਿਰਾਕਾਰ ਸਰੂਪ। ਸੋ ਦੋਨੋਂ ਇੱਕ ਹੀ ਹਨ। ਉਪਾਧੀਆਂ ਨਾਸ਼ਵੰਤ ਹਨ ਤੇ ਜੋਤ ਇੱਕ ਹੀ ਹੈ। ਜੈਸੇ ਘੜੇ ਤੇ ਸਮੁੰਦਰ ਦੋਨਾਂ ਦੀ ਵਿਸ਼ਾਲਤਾ ਤੇ ਅਲਪਗਤਾ ਪਾਸੇ ਰੱਖ ਦਿਓ। ਸਮੁੰਦਰ ਵਿੱਚ ਕੀ ਹੈ? ਜਲ। ਘੜੇ ਵਿੱਚ ਕੀ ਹੈ? ਜਲ। ਏਕਤਾ ਹੈ ਨਾ ਦੋਨਾਂ ਦੀ। ਇਸ ਤਰ੍ਹਾਂ ਜੋ ਹਜ਼ੂਰੀ ਵਿੱਚ ਰਹਿ ਕੇ ਗੁਰਸਿੱਖ ਗੁਰਾਂ ਕੋਲੋਂ ਉਪਦੇਸ਼ ਲੈ ਕੇ ਜੀਵ ਈਸ਼ ਦੀ ਭੇਦਤਾ ਨੂੰ ਮੇਟ ਕੇ ਅਭੇਦ ਗਿਆਨ ਜਿਹੜਾ ਉਹ ਹਾਸਲ ਕਰਦੇ ਹੈ। ਉਹ ਪ੍ਰੇਮ ਭਗਤ ਮਹਿ ਰੰਗ ਲਾਗ। ਕਿਸੇ ਦਾ ਪ੍ਰੇਮਾ ਭਗਤੀ ਵਿੱਚ ਰੰਗ ਲੱਗ ਜਾਂਦਾ ਹੈ। ਬਹੁ ਜਨਮ ਸੁਪਤ ਗੁਰ ਨਿਕਟ ਜਾਗ। ਬਹੁਤ ਜਨਮਾਂ ਤੋਂ ਸੁੱਤੇ ਹੋਏ ਗੁਰੂ ਕਿਰਪਾ ਦੇ ਨਾਲ ਗਿਆਨ ਜਾਗਰਤ ਵਿੱਚ ਜਾਗ ਜਾਂਦੇ। ਗੁਰੂ ਜਗਾ ਦਿੰਦੇ। ਅਗਿਆਨ ਲਾਏ ਸਵਾਲਿਆ ਗੁਰ ਗਿਆਨ ਲਾਏ ਜਗਾਵੇ ਗੋ। ਸਤਿਗੁਰੂ ਜੀ ਗਿਆਨ ਜਾਗਰਤ ਵਿੱਚ ਜਗਾ ਦਿੰਦੇ, ਇਉਂ ਖੁੱਲ੍ਹੇ ਦੀਦਾਰ ਦਿੰਦੇ। ਸਤਿਗੁਰੂ ਜੀ ਸੰਗਤਾਂ ਕੁਝ ਦਰਸ਼ਨ ਕਰਕੇ ਚਲੀਆਂ ਜਾਂਦੀਆਂ। ਕੋਈ ਸਿੱਖ ਮਹੀਨਾ ਮਹੀਨਾ ਰਹਿ ਕੇ ਸੇਵਾ ਕਮਾਉਂਦੇ, ਕੋਈ 6 ਮਹੀਨੇ ਰਹਿ ਕੇ ਸੇਵਾਵਾਂ ਕਮਾਉਂਦੇ। ਕਈ ਫਿਰ ਪੱਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ। ਇਸ ਤਰ੍ਹਾਂ ਸਤਿਗੁਰੂ ਜੀ ਅਨੰਦਪੁਰ ਸਾਹਿਬ ਨਗਰੀ ਵਿੱਚ ਖੁੱਲ੍ਹੇ ਦੀਦਾਰ ਦੇ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੋ ਸ਼ੁਭਦੀ ਅਰਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਗੋ ਪ੍ਰੇਮ ਭਗਤ ਮਹਿ ਰੰਗ ਲਾਗ। ਬਹੁ ਜਨਮ ਸੁਪਤ ਗੁਰ ਨਿਕਟ ਜਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।